ਦੇ 7 ਫਾਰਮੂਲੇ। ਹਰ ਚੋਣ 'ਚ ਸੱਤਾ ਦੇ ਕੁਝ ਫਾਰਮੂਲੇ ਹੁੰਦੇ ਨੇ ਤੇ ਸਿਆਸੀ ਦਲ ਇਨ੍ਹਾਂ ਹੀ ਫਾਰਮੂਲਿਆਂ ਤੇ ਵੱਧ ਚੜ ਕੇ ਕੰਮ ਕਰਦੇ ਨੇ। ਪੰਜਾਬ ਵਿਧਾਨ ਸਭਾ 'ਚ ਵੀ ਕੁਝ ਅਜਿਹੇ ਫਾਰਮੂਲੇ ਨੇ ਜੋ ਸੱਤਾ ਦਾ ਰਸਤਾ ਤੈਅ ਕਰਦੇ ਨੇ। ਪੰਜਾਬ ਦੀ ਚੁਣਾਵੀ ਜੰਗ 'ਚ ਹੁਣ ਜ਼ਿਆਦਾ ਵਕਤ ਨਹੀਂ ਰਿਹਾ, ਲਿਹਾਜ਼ਾ ਸਾਰੀਆਂ ਪਾਰਟੀਆਂ ਸੱਤਾ ਦੇ ਉਨ੍ਹਾਂ ਹੀ ਫਾਰਮੂਲਿਆਂ ਤੇ ਜ਼ੋਰ ਲਾਉਣਗੀਆਂ ਜਿਨ੍ਹਾਂ ਨਾਲ ਉਹਨਾਂ ਨੂੰ ਸੱਤਾ ਨਸੀਬ ਹੁੰਦੀ ਦਿਖਾਈ ਦੇ ਰਹੀ ਹੈ। ਪੰਜਾਬ 'ਚ ਕਈ ਮੁੱਦੇ ਨੇ ਜਿਨ੍ਹਾਂ ਦਾ ਜ਼ੋਰ ਸ਼ੋਰ ਨਾਲ ਉੱਠਣਾ ਇਸ ਵੇਲੇ ਲਾਜ਼ਮੀ ਹੈ। ਇਹਨਾਂ ਮੁੱਦਿਆਂ 'ਚ ਬੇਅਦਬੀ, ਨਸ਼ੇ, ਰੋਜ਼ਗਾਰ, ਸਿਹਤ ਸੇਵਾਵਾਂ ਵਰਗੇ ਕਈ ਮੁੱਦੇ ਸ਼ਾਮਲ ਨੇ। ਤਾਂ ਸਾਡੀ ਖਾਸ ਪੇਸ਼ਕਸ਼ 'ਚ ਅਸੀਂ ਗੱਲ ਕਰਾਂਗੇ ਇਹਨਾਂ ਹੀ ਫਾਰਮੂਲਿਆਂ ਦੀ। ਸ਼ੁਰੂ ਕਰਦੇ ਹਾਂ ਸੱਤਾ ਦੇ 7 ਫਾਰਮੂਲੇ। ਪੰਜਾਬ ਵਿਧਾਨ ਸਭਾ 'ਚ ਇਸ ਵਾਰ ਕਈ ਮੁੱਦੇ ਨੇ, ਪਰ ਸਭ ਤੋਂ ਵੱਡਾ ਮੁੱਦਾ ਹੋਏਗਾ 3 ਖੇਤੀ ਕਾਨੂੰਨਾਂ ਦਾ ਮੁੱਦਾ। 3 ਖੇਤੀ ਕਾਨੂੰਨ ਬਣਨ ਤੋਂ ਬਾਅਦ ਤੋਂ ਹੀ ਪੰਜਾਬ ਵਿਧਾਨ ਸਭਾ 'ਚ ਘਮਸਾਨ ਜਾਰੀ ਹੈ। ਕਿਸਾਨ ਅੰਦੋਲਨ ਕਰ ਰਹੇ ਨੇ ਤੇ ਲਗਾਤਾਰ ਕਾਨੂੰਨ ਰੱਦ ਕਰਨ ਦੀ ਮੰਗ ਕਰ ਰਹੇ ਨੇ। ਖੇਤੀ ਕਾਨੂੰਨਾਂ ਨੂੰ ਲੈ ਕੇ ਪੰਜਾਬ 'ਚ ਕਾਂਗਰਸ, ਅਕਾਲੀ ਦਲ, ਆਮ ਆਦਮੀ ਪਾਰਟੀ ਤਿੰਨੇ ਕਿਸਾਨਾਂ ਦੇ ਹਮਾਇਤੀ ਬਣਨ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਨੇ। ਅਕਾਲੀ ਦਲ ਦੀ ਗੱਲ ਕਰੀਏ ਤਾਂ ਖੇਤੀ ਕਾਨੂੰਨਾਂ ਤੇ ਅਕਾਲੀਆਂ ਨੇ ਬੀਜੇਪੀ ਨਾਲ ਆਪਣੀ ਪੁਰਾਣੀ ਦੋਸਤੀ ਵੀ ਤੋੜ ਦਿੱਤੀ। ਪਰ ਇਸ ਮੁੱਦੇ ਤੇ ਕਿਸ ਦਾ ਫਾਇਦਾ ਹੋਏਗਾ ਤੇ ਕਾਨੂੰਨ ਕਿਸ ਦੇ ਲਈ ਵਰਦਾਨ ਸਾਬਤ ਹੋਣਗੇ ਤਾਂ ਸਮਾਂ ਦੱਸੇਗਾ। ਪਰ ਇਹਨਾਂ ਮੁੱਦਿਆਂ ਨੂੰ ਚੁੱਕਣ ਦੀ ਫਿਲਹਾਲ ਪੂਰੀ ਕੋਸ਼ਿਸ਼ ਹੋ ਰਹੀ ਹੈ। जून 2020 ਉਹ ਦਿਨ ਸੀ ਜਦੋਂ ਮੋਦੀ ਸਰਕਾਰ ਨੇ ਖੇਤੀ ਨਾਲ ਸੰਬੰਧਿਤ 3 ਆਰਡੀਨੈਂਸ ਹੋਂਦ ਦੇ ਵਿੱਚ ਲਿਆਂਦੇ ਸਨ। ਇਹਨਾਂ ਦੇ ਵਿਰੋਧ ਵਿੱਚ ਪੰਜਾਬ, ਹਰਿਆਣਾ, ਯੂਪੀ ਦੇ ਸਮੇਤ ਸਾਰੇ ਦੇਸ਼ ਦੇ ਕਿਸਾਨ ਸੜਕਾਂ ਤੇ ਉਤਰ ਆਏ। ਕਿਸਾਨ ਜਿਨ੍ਹਾਂ ਨੂੰ ਕਾਲੇ ਕਾਨੂੰਨ ਕਹਿ ਰਹੇ ਨੇ, ਕੇਂਦਰ ਸਰਕਾਰ ਉਹਨਾਂ ਨੂੰ ਕਿਸਾਨ ਹਤੈਸ਼ੀ ਖੇਤੀ ਕਾਨੂੰਨ ਦੱਸ ਰਹੀ ਹੈ। ਇਹ ਕਿਹੜੇ ਕਾਨੂੰਨ ਨੇ? ਪਹਿਲਾ ਕਾਨੂੰਨ ਹੈ ਕਿਸਾਨ ਉਪਜ ਵਪਾਰ ਤੇ ਵਣਜ ਬਿੱਲ 2020। ਦੂਜਾ ਕਾਨੂੰਨ ਭਰੋਸੇਮੰਦ ਕੀਮਤ ਤੇ ਖੇਤੀਬਾੜੀ ਸੇਵਾਵਾਂ ਬਿੱਲ 2020। ਤੀਜਾ ਕਾਨੂੰਨ ਹੈ ਜ਼ਰੂਰੀ ਵਸਤਾਂ ਸੋਧ ਬਿੱਲ। ਇਹਨਾਂ ਕਾਨੂੰਨਾਂ ਨੂੰ ਲੈ ਕੇ ਕੇਂਦਰ ਦੇ ਆਪਣੇ ਤਰਕ ਨੇ ਤੇ ਕਿਸਾਨਾਂ ਦੇ ਆਪਣੇ ਵਿਚਾਰ ਨੇ। ਕਿਸਾਨ ਉਪਜ ਵਪਾਰ ਵਣਜ ਬਿੱਲ 2020 ਨੂੰ ਲੈ ਕੇ ਕੇਂਦਰ ਸਰਕਾਰ ਦਾ ਤਰਕ ਹੈ ਕਿ ਅਜਿਹਾ ਇਕੋਸਿਸਟਮ ਬਣੇਗਾ ਕਿ ਦੇਸ਼ ਦੇ ਵਿੱਚ ਕਿਸਾਨ ਮਨਚਾਹੀ ਥਾਂ ਤੇ ਫਸਲ ਵੇਚ ਸਕਣਗੇ। ਇੰਟਰਸਟੇਟ ਤੇ ਇੰਟਰਾਸਟੇਟ ਵਪਾਰ ਬਿਨਾਂ ਕਿਸੇ ਅੜਚਨ ਦੇ ਕੀਤਾ ਜਾ ਸਕੇਗਾ। ਇਲੈਕਟ੍ਰੋਨਿਕ ਟ੍ਰੇਡਿੰਗ ਦੇ ਜ਼ਰੀਏ ਕਿਸਾਨ ਆਪਣੀ ਫਸਲ ਵੇਚ ਸਕਣਗੇ। ਜਦਕਿ ਕਿਸਾਨਾਂ ਦਾ ਤਰਕ ਹੈ ਖੇਤੀਬਾੜੀ ਉਪਜ ਮੰਡੀਆਂ ਵਿੱਚੋਂ ਕਿਸਾਨਾਂ ਨੂੰ ਆਪਣੀ ਫਸਲ ਦਾ ਸਹੀ ਮੁੱਲ ਮਿਲਦਾ ਹੈ। ਸੂਬੇ ਮਾਰਕੀਟ ਫੀਸ ਦੇ ਵਜੋਂ ਮਾਲੀਆ ਕਮਾਉਂਦੇ ਨੇ। ਸਰਕਾਰੀ ਮੰਡੀਆਂ ਖਤਮ ਹੋ ਗਈਆਂ ਤਾਂ ਕਿਸਾਨਾਂ ਨੂੰ MSP ਨਹੀਂ ਮਿਲੇਗਾ। ਵਨ ਨੇਸ਼ਨ ਵਨ ਮਾਰਕੀਟ ਨਹੀਂ, ਵਨ ਨੇਸ਼ਨ ਵਨ MSP ਹੋਣਾ ਚਾਹੀਦਾ ਹੈ। ਦੂਜੇ ਕਾਨੂੰਨ ਭਰੋਸੇਮੰਦ ਕੀਮਤ ਤੇ ਖੇਤੀਬਾੜੀ ਸੇਵਾਵਾਂ ਬਿੱਲ ਤੇ ਕੇਂਦਰ ਸਰਕਾਰ ਕਹਿੰਦੀ ਹੈ ਕਿ ਖੇਤੀ ਨਾਲ ਜੁੜਿਆ ਰਿਸਕ ਕਿਸਾਨਾਂ ਦਾ ਨਹੀਂ ਹੋਵੇਗਾ, ਸਗੋਂ ਉਹਨਾਂ ਦੇ ਨਾਲ ਐਗਰੀਮੈਂਟ ਕਰਨ ਵਾਲਿਆਂ ਦਾ ਹੋਵੇਗਾ। ਕੰਟਰੈਕਟ ਫਾਰਮਿੰਗ ਨੂੰ ਨੈਸ਼ਨਲ ਫਰੇਮਵਰਕ ਮਿਲ ਜਾਵੇਗਾ। ਕਿਸਾਨ ਐਗਰੀ ਬਿਜ਼ਨਸ ਕਰਨ ਵਾਲੀਆਂ ਕੰਪਨੀਆਂ ਤੋਂ ਐਗਰੀਮੈਂਟ ਕਰਕੇ ਤੈਅ ਕੀਮਤ ਤੇ ਉਹਨਾਂ ਨੂੰ ਆਪਣੀ ਫਸਲ ਵੇਚ ਸਕਣਗੇ। ਮਾਰਕੀਟਿੰਗ ਦੀ ਲਾਗਤ ਬਚੇਗੀ, ਦਲਾਲ ਖਤਮ ਹੋ ਜਾਣਗੇ, ਕਿਸਾਨਾਂ ਨੂੰ ਫਸਲ ਦਾ ਸਹੀ ਮੁੱਲ ਮਿਲੇਗਾ। ਪਰ ਕਿਸਾਨ ਕਹਿੰਦੇ ਨੇ ਕਿ ਇਸ ਵਿੱਚ ਕੀਮਤਾਂ ਤੈਅ ਕਰਨ ਦਾ ਕੋਈ ਮੈਕੈਨਿਜ਼ਮ ਨਹੀਂ ਦੱਸਿਆ ਗਿਆ। ਇਸ ਨਾਲ ਪ੍ਰਾਈਵੇਟ ਕਾਰਪੋਰੇਟ ਘਰਾਣਿਆਂ ਨੂੰ ਕਿਸਾਨਾਂ ਨੂੰ ਪਰੇਸ਼ਾਨ ਕਰਨ ਦਾ ਜ਼ਰੀਆ ਮਿਲ ਜਾਵੇਗਾ। ਜ਼ਰੂਰੀ ਵਸਤਾਂ ਸੋਧ ਬਿੱਲ ਨੂੰ ਲੈ ਕੇ ਕੇਂਦਰ ਸਰਕਾਰ ਦਾ ਪੱਖ ਹੈ ਕਿ ਇਸ ਨਾਲ ਕੋਲਡ ਸਟੋਰੇਜ ਅਤੇ ਫੂਡ ਸਪਲਾਈ ਚੇਨ ਦੇ ਆਧੁਨਿਕੀਕਰਨ ਦੇ ਵਿੱਚ ਮਦਦ ਮਿਲੇਗੀ। ਕਿਸਾਨਾਂ ਦੇ ਨਾਲ ਖਪਤਕਾਰਾਂ ਲਈ ਵੀ ਕੀਮਤਾਂ ਦੀ ਸਥਿਰਤਾ ਬਣਾਈ ਰੱਖਣ ਦੇ ਵਿੱਚ ਮਦਦ ਮਿਲੇਗੀ। ਉਤਪਾਦਨ, ਸਟੋਰੇਜ, ਮੂਵਮੈਂਟ ਅਤੇ ਵੰਡ ਤੇ ਸਰਕਾਰ ਦਾ ਕੰਟਰੋਲ ਖਤਮ ਹੋ ਜਾਵੇਗਾ। ਜੰਗ, ਕੁਦਰਤੀ ਆਫਤਾਂ ਤੇ ਸਧਾਰਨ ਮਹਿੰਗਾਈ ਦੇ ਹਾਲਾਤਾਂ ਦੇ ਵਿੱਚ ਸਰਕਾਰ ਕੀਮਤਾਂ ਨੂੰ ਕੰਟਰੋਲ ਕਰ ਸਕੇਗੀ। ਪਰ ਦੂਜੇ ਪਾਸੇ ਕਿਸਾਨਾਂ ਦਾ ਕਹਿਣਾ ਹੈ ਕਿ ਪ੍ਰੋਸੈਸਰ ਤੇ ਵਪਾਰੀ ਫਸਲਾਂ ਦੇ ਸੀਜ਼ਨ ਦੇ ਦੌਰਾਨ ਜਮਾਖੋਰੀ ਕਰਨਗੇ। ਇਸ ਨਾਲ ਕੀਮਤਾਂ ਦੇ ਵਿੱਚ ਅਸਥਿਰਤਾ ਆਵੇਗੀ। ਫੂਡ ਸੁਰੱਖਿਆ ਪੂਰੀ ਤਰ੍ਹਾਂ ਖਤਮ ਹੋ ਜਾਵੇਗਾ। ਸੂਬਿਆਂ ਨੂੰ ਇਹ ਪਤਾ ਨਹੀਂ ਹੋਵੇਗਾ ਕਿ ਸੂਬੇ ਵਿੱਚ ਕਿਸ ਚੀਜ਼ ਦਾ ਕਿੰਨਾ ਸਟਾਕ ਹੈ। ਜ਼ਰੂਰੀ ਵਸਤਾਂ ਦੀ ਕਾਲਾਬਾਜ਼ਾਰੀ ਵੱਧ ਸਕਦੀ ਹੈ। ਕਿਸਾਨਾਂ ਨੂੰ ਦਿੱਲੀ ਦੀਆਂ ਬਰੂਹਾਂ ਤੇ ਬੈਠਿਆਂ ਨੂੰ 8 ਮਹੀਨੇ ਤੋਂ ਜ਼ਿਆਦਾ ਦਾ ਵਕਤ ਹੋ ਗਿਆ ਹੈ ਅਤੇ ਕੇਂਦਰ ਸਰਕਾਰ ਕਿਸਾਨਾਂ ਦੇ ਨਾਲ 11 ਦੌਰ ਦੀ ਗੱਲਬਾਤ ਕਰ ਚੁੱਕੀ ਹੈ, ਪਰ ਹਾਲੇ ਤੱਕ ਇਸ ਮਸਲੇ ਦਾ ਕੋਈ ਹੱਲ ਨਹੀਂ ਹੋ ਸਕਿਆ। ਕਿਸਾਨਾਂ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਕੇਂਦਰ ਸਰਕਾਰ ਇਸ ਨੂੰ ਕਿਸਾਨ ਪੱਖੀ ਕਾਨੂੰਨ ਦੱਸ ਰਹੀ ਹੈ। ਕੇਂਦਰ ਨੇ ਕਿਸਾਨਾਂ ਦੇ ਨਾਲ ਗੱਲ ਕਰਕੇ ਇਸ ਵਿੱਚ ਸੋਧ ਕਰਨ ਦੀ ਗੱਲ ਤਾਂ ਮੰਨੀ ਹੈ, ਪਰ ਕਿਸਾਨ ਕਹਿ ਰਹੇ ਨੇ ਕਿ ਇਸ ਮਸਲੇ ਦਾ ਹੱਲ ਸੋਧ ਦੇ ਨਾਲ ਨਹੀਂ, ਕਾਨੂੰਨਾਂ ਨੂੰ ਰੱਦ ਕਰਕੇ ਹੋਵੇਗਾ। ਬਿਊਰੋ ਰਿਪੋਰਟ, ਨਿਊਜ਼ 18।
ਅਸੀਂ ਮੁੱਦਿਆਂ ਦੀ ਗੱਲ ਕਰੀਏ ਤੇ ਗਰਾਊਂਡ ਤੇ ਹਾਲ ਨਾ ਜਾਣੀਏ ਤਾਂ ਇਹ ਉਹਨਾਂ ਮੁੱਦਿਆਂ ਨਾਲ ਬੇਇਨਸਾਫੀ ਹੋਏਗੀ। ਤਾਂ ਚਲੋ ਤੁਹਾਨੂੰ ਗਰਾਊਂਡ ਤੇ ਲੈ ਚੱਲਦੇ ਹਾਂ। ਗਰਾਊਂਡ ਜ਼ੀਰੋ ਤੋਂ ਖੇਤੀ ਕਾਨੂੰਨਾਂ ਦੀ ਜਾਣਕਾਰੀ ਦੇ ਰਹੇ ਨੇ ਸਾਡੇ ਸਹਿਯੋਗੀ ਵਿਜੇਪਾਲ ਸਿੰਘ ਬਰਾੜ ਤੇ ਪੰਕਜ ਕਪਾਹੀ। 2022 ਪੰਜਾਬ ਵਿਧਾਨ ਸਭਾ ਚੋਣਾਂ ਦਾ ਬਿਗੁਲ ਵੱਜ ਚੁੱਕਿਆ ਹੈ। ਗੱਲ ਹਰ ਪਾਸੇ ਕਿਸਾਨੀ ਦੀ ਹੋ ਰਹੀ ਹੈ। ਹਰੇਕ ਸਿਆਸੀ ਪਾਰਟੀ ਸੰਸਦ ਤੋਂ ਲੈ ਕੇ ਸੜਕ ਤੱਕ ਗੱਲ ਕਿਸਾਨੀ ਦੀ ਕਰ ਰਹੀ ਹੈ, ਲੇਕਿਨ ਪਿਛਲੇ 8 ਮਹੀਨਿਆਂ ਤੋਂ ਕਿਸਾਨ ਕੀ ਸੋਚ ਰਿਹਾ ਹੈ? ਕਿਸਾਨ ਤਾਂ ਪਿਛਲੇ 8 ਮਹੀਨਿਆਂ ਤੋਂ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਬੈਠਾ ਹੋਇਆ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਪੰਕਜ ਕਪਾਹੀ ਔਰ ਮੇਰੇ ਸਹਿਯੋਗੀ ਵਿਜੇਪਾਲ ਬਰਾੜ। ਅੱਜ ਗਰਾਊਂਡ ਜ਼ੀਰੋ ਤੋਂ ਸਿੰਘੂ ਬਾਰਡਰ ਤੋਂ ਤਸਵੀਰ ਦਿਖਾਵਾਂਗੇ ਕਿ ਕਿਸਾਨ ਦੇ ਮਨ ਦੀ ਗੱਲ ਕੀ ਹੈ, ਕਿਸਾਨ ਕੀ ਸੋਚ ਰਿਹਾ ਹੈ, ਕਿਉਂਕਿ ਨਜ਼ਰਾਂ ਵਿਜੇ ਹਰੇਕ ਸਿਆਸੀ ਪਾਰਟੀ ਦੀਆਂ 2022 ਦੇ ਮੱਦੇਨਜ਼ਰ ਕਿਸਾਨ ਵੋਟ ਬੈਂਕ ਤੇ ਹੈ। ਬਿਲਕੁਲ ਪੰਕਜ, ਇਸ ਵੇਲੇ ਸਭ ਤੋਂ ਜ਼ਿਆਦਾ ਇੰਪੋਰਟੈਂਟ ਇਹ ਹੈ ਕਿ ਪੰਜਾਬ ਦੇ ਵਿੱਚ 2022 ਦਾ ਜਿਹੜਾ ਚੋਣਾਂ ਦੀ ਸ਼ੁਰੂਆਤ ਹੋ ਚੁੱਕੀ ਹੈ। ਸਿਆਸੀ ਪਾਰਟੀਆਂ ਦੇ ਵਾਅਦਿਆਂ ਦਾ, ਦਾਅਵਿਆਂ ਦਾ ਦੌਰ ਸ਼ੁਰੂ ਹੋ ਚੁੱਕਿਆ ਹੈ ਔਰ ਹਰ ਪਾਰਟੀ ਦਾ ਜਿਹੜਾ ਫੋਕਸ ਹੈ ਉਹ ਵਾਇਆ ਕਿਸਾਨ ਅੰਦੋਲਨ ਹੋ ਕੇ ਜਾਂਦਾ ਹੈ, ਵਾਇਆ ਸਿੰਘੂ ਜਾਂ ਵਾਇਆ ਟਿਕਰੀ ਹੋ ਕੇ ਜਾਂਦਾ ਹੈ। ਕੋਈ ਵੀ ਪਾਰਟੀ ਅਨਾਉਂਸਮੈਂਟ ਕਰਦੀ ਹੈ ਤਾਂ ਉਸ 'ਚ ਕਿਸਾਨੀ ਦਾ ਜ਼ਿਕਰ ਜ਼ਰੂਰ ਹੈ, ਪਰ ਐਕਚੁਅਲ 'ਚ ਕਿਸਾਨ ਕਿਸ ਉਮੀਦ 'ਚ ਬੈਠੇ ਨੇ? ਕਿਸਾਨਾਂ ਦੇ ਕੋਲ ਇਸ ਵੇਲੇ ਰਸਤੇ ਕੀ ਬਚੇ ਨੇ, ਰਾਹ ਕੀ ਬਚੇ ਨੇ, ਕੀ ਉਹਨਾਂ ਦੀਆਂ ਉਮੀਦਾਂ ਨੇ? ਕੇਂਦਰ ਸਰਕਾਰ ਉਹਨਾਂ ਦੇ ਪੱਖ ਨੂੰ ਕਿਸ ਤਰੀਕੇ ਨਾਲ ਦੇਖ ਰਹੀ ਹੈ ਔਰ ਕਿਸਾਨ ਕੀ ਸੋਚ ਰਹੇ ਨੇ? ਸਭ ਤੋਂ ਵੱਡੀ ਗੱਲ ਹੈ ਕਿ ਕੀ 2022 ਤੋਂ ਪਹਿਲਾਂ ਕਿਸਾਨਾਂ ਦਾ ਮਸਲਾ ਹੱਲ ਹੁੰਦਾ ਹੈ? ਕਿਉਂਕਿ ਇੱਕ ਉਮੀਦ ਜਾਗਦੀ ਹੈ ਜਦੋਂ ਇਲੈਕਸ਼ਨ ਆਉਂਦੇ ਆ ਜਾਂ ਇਸ ਤਰੀਕੇ ਦਾ ਦੌਰ ਹੁੰਦਾ ਹੈ, ਉਦੋਂ ਉਮੀਦ ਜਾਗਦੀ ਹੈ ਤੇ ਉਦੋਂ ਜ਼ਿਆਦਾ ਅਹਿਮ ਹੋ ਜਾਂਦਾ ਹੈ ਕਿ ਕਿਸ ਤਰੀਕੇ ਨਾਲ ਇਸ ਨੂੰ ਟੈਕਲ ਕੀਤਾ ਜਾਊਗਾ। ਔਰ ਸਭ ਤੋਂ ਵੱਡੀ ਗੱਲ ਕਿ ਇਸ ਅੰਦੋਲਨ ਦੇ ਪ੍ਰਭਾਵ ਜਿਹੜੇ ਨੇ ਉਹ ਕੀ ਪੈਣਗੇ 2022 ਦੀਆਂ ਚੋਣਾਂ ਤੇ। ਇਹ ਤੇ ਕਨਫਰਮ ਹੈ ਕਿ ਪ੍ਰਭਾਵ ਇਸ ਦਾ ਪੈਣਾ ਹੀ ਪੈਣਾ ਹੈ। ਜਿਹੜੀ ਵੀ ਪਾਰਟੀ ਸੱਤਾ ਦੇ ਵਿੱਚ ਆਊਗੀ ਉਹ ਵਾਇਆ ਕਿਸਾਨ ਅੰਦੋਲਨ ਹੀ ਹੋ ਕੇ ਆਊਗੀ, ਪਰ ਕਿਸ ਤਰੀਕੇ ਦੇ ਅਸਰ ਪੈਣਗੇ ਇਹ ਕਿਸਾਨਾਂ ਤੋਂ ਜਾਣਨਾ ਬੜਾ ਜ਼ਰੂਰੀ ਹੈ, ਉਹਨਾਂ ਦੇ ਨਾਲ ਗੱਲਬਾਤ ਇਸੇ ਕਰਕੇ ਵਿਜੇ ਗਰਾਊਂਡ ਜ਼ੀਰੋ ਤੇ ਨਿਊਜ਼ 18 ਦੀ ਟੀਮ ਆਈ ਹੈ। ਅੱਜ 32 ਕਿਸਾਨ ਜਥੇਬੰਦੀਆਂ ਜੋ ਸਰਕਾਰ ਦੇ ਨਾਲ ਗੱਲਬਾਤ ਕਰਦੀਆਂ, ਉਹਨਾਂ ਦੇ ਨੁਮਾਇੰਦੇ ਬੈਠੇ ਹੋਏ ਆ। 5 ਨੁਮਾਇੰਦੇ ਉਹਨਾਂ ਦੇ ਇੱਥੇ ਬੈਠੇ ਹੋਏ ਆ ਔਰ ਅੱਜ ਸੱਥ ਤੇ ਅੱਜ ਸਿੰਘੂ ਬਾਰਡਰ ਤੇ ਗਰਾਊਂਡ ਜ਼ੀਰੋ ਤੋਂ ਜਾਣਾਂਗੇ ਕਿ 2022 ਨੂੰ ਲੈ ਕੇ ਇਸ ਵੇਲੇ ਸਿੰਘੂ ਬਾਰਡਰ ਤੇ ਬੈਠਾ ਕਿਸਾਨ ਕੀ ਸੋਚ ਰਿਹਾ, ਕਿਉਂਕਿ ਹਰੇਕ ਪਾਰਟੀ ਕਿਸਾਨ ਪੱਖੀ ਹੋਣ ਦਾ ਦਾਅਵਾ ਕਰ ਰਹੀ, ਹਰੇਕ ਪਾਰਟੀ ਕਹਿ ਰਹੀ ਹੈ। ਸੰਸਦ 'ਚ ਅਸੀਂ ਦੇਖ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਹਰ ਪਾਰਟੀ ਵਿਰੋਧ ਕਰ ਰਹੀ ਹੈ। ਸੜਕ ਤੇ ਅਸੀਂ ਦੇਖ ਰਹੇ ਹਾਂ ਕਿਸਾਨ ਵਿਰੋਧ ਹਰੇਕ ਪਾਰਟੀ ਦਾ ਕਰ ਰਿਹਾ ਹੈ ਔਰ ਸਵਾਲ ਇਹ ਵੀ ਉੱਠਦਾ ਹੈ ਕਿ ਕੀ 2022 ਦੀਆਂ ਚੋਣਾਂ ਦੇ ਵਿੱਚ ਕਿਸਾਨ ਖੁਦ ਇਲੈਕਸ਼ਨ ਲੜਨਗੇ? ਕਿਉਂਕਿ ਇੱਕ ਕਿਸਾਨ ਆਗੂ ਨੇ ਇਸ ਗੱਲ ਦਾ ਜ਼ਿਕਰ ਵੀ ਕੀਤਾ। ਬਹੁਤ ਵੱਡਾ ਸਵਾਲ ਹੈ ਇਸ ਵੇਲੇ, ਕਿਉਂਕਿ ਜਿਸ ਤਰੀਕੇ ਦਾ ਜ਼ਿਕਰ ਹੋ ਗਿਆ, ਜਿਸ ਤਰੀਕੇ ਦੀਆਂ ਚਰਚਾਵਾਂ ਹੋ ਗਈਆਂ, ਇੱਕ ਸੈਕਸ਼ਨ ਐਸਾ ਜ਼ਰੂਰ ਹੈ ਜਿਹੜਾ ਸੋਚ ਰਿਹਾ ਕਿ ਕਿਸਾਨਾਂ ਨੂੰ ਜਿਹੜਾ ਹੈ ਡਾਇਰੈਕਟ ਉਸ ਦੇ ਵਿੱਚ ਚੋਣ ਦੇ ਵਿੱਚ ਉਤਰਨਾ ਚਾਹੀਦਾ, ਪਰ ਜਥੇਬੰਦੀਆਂ ਖੁਦ ਕੀ ਸੋਚਦੀਆਂ ਨੇ ਇਹ ਜ਼ਿਆਦਾ ਬਿਹਤਰ ਦੱਸ ਸਕਦੇ ਆ। ਕੋਸ਼ਿਸ਼ ਕਰਦੇ ਆ ਇਹਨਾਂ ਦੇ ਨਾਲ ਗੱਲਬਾਤ ਕਰਨ ਦੀ। ਲੱਖੋਵਾਲ ਸਾਹਿਬ ਬੈਠੇ ਨੇ, ਹੋਰ ਜਥੇਬੰਦੀਆਂ ਦੇ ਨੁਮਾਇੰਦੇ ਬੈਠੇ ਨੇ, ਤਾਂ ਇਹਨਾਂ ਤੋਂ ਮੈਂ ਚਾਹੂੰਗਾ ਕਿ ਆਪਾਂ ਸ਼ੁਰੂਆਤ ਕਰੀਏ ਔਰ ਗੱਲਬਾਤ। ਬਿਲਕੁਲ, ਕਿਉਂਕਿ 5 ਲੀਡਰ ਨੇ ਜੋ 32 ਕਿਸਾਨ ਜਥੇਬੰਦੀਆਂ ਗੱਲਬਾਤ ਕਰਦੀਆਂ ਉਹ ਨਿਊਜ਼ 18 ਤੇ ਨੇ, ਉਹ ਸਿੰਘੂ ਬਾਰਡਰ ਤੇ ਨੇ। ਉਹਨਾਂ ਨੂੰ 2022 ਨੂੰ ਲੈ ਕੇ ਕੀ ਸੋਚਦੇ ਨੇ, ਤਾਂ ਇਹ ਤਸਵੀਰ, ਇਹ ਪਿਕਚਰ ਗਰਾਊਂਡ ਜ਼ੀਰੋ ਤੇ, ਕਿਉਂਕਿ ਗੱਲ ਹਰ ਕੋਈ ਕਿਸਾਨ ਦੀ ਕਰ ਰਿਹਾ ਹੈ, ਲੇਕਿਨ ਕਿਸਾਨ ਦੇ ਮਨ ਦੇ ਵਿੱਚ ਕੀ ਹੈ? ਲੱਖੋਵਾਲ ਹੋਰਾਂ ਤੋਂ ਜਾਣਾਂਗੇ, ਬਾਕੀ ਕਿਸਾਨ ਆਗੂਆਂ ਤੋਂ ਜਾਣਾਂਗੇ। ਲੱਖੋਵਾਲ ਜੀ, ਨਿਊਜ਼ 18 ਤੇ ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਧੰਨਵਾਦ ਜੀ। ਲੱਖੋਵਾਲ ਜੀ, 2022 ਤੁਸੀਂ ਇੱਥੇ ਪਿਛਲੇ 8 ਮਹੀਨੇ ਤੋਂ ਬੈਠੇ ਹੋ। ਠੰਡ ਹਟਾਈ, ਗਰਮੀ ਹਟਾਈ, ਬਰਸਾਤ ਮੈਂ ਦੇਖੀ ਕਿ ਚਿੱਕੜ ਨਾਲ ਬੁਰਾ ਹਾਲ ਹੋ ਗਿਆ। 550 ਦੇ ਕਰੀਬ ਕਿਸਾਨ ਮਰ ਗਏ। ਹਰੇਕ ਪਾਰਟੀ ਕਹਿ ਰਹੀ ਹੈ ਕਿ ਅਸੀਂ ਤੁਹਾਡੇ ਨਾਲ ਆ। 2022 ਤੋਂ ਪਹਿਲਾਂ ਕੀ ਮਸਲਾ ਹੱਲ ਹੋਏਗਾ? ਜਿਆਦਾ ਲੋਕ ਸਰਕਾਰ ਤੋਂ ਬਾਅਦ ਹੁੰਦੇ ਨੇ ਉਦੋਂ ਇਹ ਕਹਿੰਦੇ ਆ ਅਸੀਂ ਸਾਰੇ ਤੁਹਾਡੇ ਦੇ ਨਾਲ ਆ। ਜਿਆਦਾ ਸਰਕਾਰਾਂ ਇਹਨਾਂ ਦੀਆਂ ਆ ਜਾਂਦੀਆਂ ਨੇ ਫਿਰ ਸਾਡੇ ਦੁਸ਼ਮਣ ਬਣ ਜਾਂਦੇ ਨੇ। ਜਦ ਭਾਜਪਾ ਦੀ ਸਰਕਾਰ ਬਣਨੀ ਸੀ, ਰਾਜਨਾਥ ਸਿੰਘ ਜੀ ਸਾਡੇ ਜੰਤਰ ਮੰਤਰ ਸਾਡੀ ਸਟੇਜ ਤੇ ਆ ਕੇ ਬੋਲੇ ਸੀ ਵੀ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਅਸੀਂ ਲਾਗੂ ਕਰਾਂਗੇ, ਅਸੀਂ ਤੁਹਾਡੇ ਕਰਜ਼ੇ ਮਾਫ ਕਰਾਂਗੇ। ਅੱਜ ਸਾਰੀਆਂ ਗੱਲਾਂ ਕਰਜ਼ਿਆਂ ਤੋਂ ਵੀ ਅੱਜ ਕਹਿੰਦੇ ਵੀ ਕਰਜ਼ੇ ਨਹੀਂ ਮਾਫ ਹੋ ਸਕਦੇ। ਤੁਸੀਂ ਪਿਛਲੇ ਦਿਨੀ ਬਿਆਨ ਪੜ੍ਹਿਆ ਹੋਣਾ। ਸਵਾਮੀਨਾਥਨ ਜਦ ਇਲੈਕਸ਼ਨ ਤੋਂ ਪਹਿਲਾਂ ਇਹਨਾਂ ਨੇ ਐਫੀਡੇਵਿਟ ਦਿੱਤਾ ਵੀ ਸਵਾਮੀਨਾਥਨ ਰਿਪੋਰਟ ਲਾਗੂ ਹੀ ਨਹੀਂ ਕਰ ਸਕਦੇ। ਜਦ ਦੁਬਾਰਾ ਇਲੈਕਸ਼ਨ ਲੜਨੀ ਸੀ ਫਿਰ ਕਹਿੰਦੇ ਜੀ 2022 ਚ ਇਹਨਾਂ ਦੀ ਆਮਦਨ ਦੁੱਗਣੀ ਕਰ ਦੇਵਾਂਗੇ। ਸਾਨੂੰ ਤਾਂ ਲੱਗੀ ਨਹੀਂ 2022 ਦੇ ਵਿੱਚ। ਦੇਖੋ ਸਾਡੀਆਂ ਖਾਦਾਂ ਦੀਆਂ ਕੀਮਤਾਂ, ਤੇਲਾਂ ਦੀਆਂ, ਤੇਲ ਜਿਹੜਾ ਹੋ ਗਿਆ, ਜਿਵੇਂ ਤੇਲ ਪਿੱਛੇ ਵੀ ਇਹ ਲੜਾਈ ਲੜਦੇ ਸੀ, ਡੀਜ਼ਲ ਪੈਟਰੋਲ ਡੇਢਾ ਰੇਟ ਹੋ ਗਿਆ। ਸਾਡੀ ਆਮਦਨ ਤਾਂ 3.5 ਤੋਂ 4 ਗੁਣਾ ਜਿਹੜੀ ਇਹ MSP ਵਧਾਉਂਦੇ ਆ, ਪਰ ਜਿਹੜੀ ਮਹਿੰਗਾਈ ਆ ਉਹ 25-30% ਹੋ ਜਾਂਦੀ ਆ। ਤੇ ਇਸ ਲਈ ਅਸੀਂ ਇਹ ਕਹਿੰਦੇ ਆ ਵੀ ਸਿਰਫ ਸਾਨੂੰ ਲਾਰੇ ਲਾ ਕੇ, ਅੱਜ ਨਵਾਂ ਹੀ ਬੰਦਾ ਜਾਂਦਾ, ਕਦੇ ਕਹਿੰਦਾ ਕੋਈ 200 ਯੂਨਿਟ ਮਾਫ ਕਰ ਦੇਣਾ, ਕੋਈ ਕਹਿੰਦਾ 300 ਕਰ ਦੇਣੇ ਆ, ਕੋਈ ਕਹਿੰਦਾ 400 ਕਰ ਦੇਣੇ ਆ, ਕੋਈ ਕਹਿੰਦਾ ਇਹ ਪੈਨਸ਼ਨ ਦੇ ਦੇਣੀ ਆ। ਔਰ ਰੋਡ ਮੈਪ ਕੀ ਆ? ਖੇਤੀ ਲਈ ਤੁਸੀਂ ਕੀ ਰੱਖਿਆ? ਖੇਤੀ ਨੂੰ ਤੁਸੀਂ ਕਿਵੇਂ ਅੱਗੇ ਲੈ ਕੇ ਜਾਓਗੇ? ਕਿਵੇਂ 2022 ਕਿਉਂਕਿ ਪੰਜਾਬ ਸਭ ਤੋਂ ਵੱਡੀ ਵੋਟ ਬੈਂਕ ਕਿਸਾਨੀ ਦੀ ਹੈ ਤੇ ਹਰੇਕ ਪਾਰਟੀ ਦੀ ਨਜ਼ਰ ਉਸ ਤੇ ਹੈ।
ਇਸ ਵੇਲੇ ਵਿਰੋਧ ਪਿੰਡਾਂ 'ਚ ਬੀਜੇਪੀ ਦਾ ਤਾਂ ਹੋ ਹੀ ਰਿਹਾ ਸੀ, ਲੇਕਿਨ ਕਾਂਗਰਸ ਦੇ ਲੀਡਰਾਂ ਦਾ ਵੀ ਹੋ ਰਿਹਾ, ਅਕਾਲੀ ਦਲ ਦੇ ਲੀਡਰਾਂ ਦਾ ਵੀ ਹੋ ਰਿਹਾ, ਤਾਂ ਕਿ ਕਿਸਾਨ ਇਸ ਵੇਲੇ ਸੋਚ ਰਹੇ ਕਿ 2022 'ਚ ਖੁਦ ਚੋਣਾਂ ਲੜਨੀਆਂ ਚਾਹੀਦੀਆਂ। ਚੜੂਨੀ ਹੋਰੀ ਇਸ ਗੱਲ ਦਾ ਜ਼ਿਕਰ ਕਰ ਰਹੇ, ਕਹਿੰਦੇ ਕਿ ਅਸੀਂ ਬਹੁਤ ਪਾਰਟੀਆਂ ਦੇਖ ਲਈਆਂ, ਅਸੀਂ ਹੁਣ ਸਾਨੂੰ ਕਿਸੇ ਤੋਂ ਉਮੀਦ ਨਹੀਂ ਹੈ, ਸਾਨੂੰ ਖੁਦ ਮੈਦਾਨ 'ਚ ਆਉਣਾ ਹੋਏਗਾ। ਨਹੀਂ, ਜਿਹੜੀ ਸੰਯੁਕਤ ਮੋਰਚੇ ਵੱਲੋਂ ਸਾਡੀ ਵਿਰੋਧਤਾ ਸਿਰਫ ਤੇ ਸਿਰਫ ਜਿਹੜੀ ਹੈਗੀ ਹੈ ਭਾਜਪਾ ਦੇ ਲੀਡਰਾਂ ਦੀ ਆ। ਦੂਜਿਆਂ ਦੀ ਅਸੀਂ ਵਿਰੋਧਤਾ ਤਾਂ ਕਰਦੇ ਆ ਵੀ ਉਹ ਐਡਵਾਂਸ ਚੱਲ ਪਏ ਨੇ, ਅਕਾਲੀ ਕਾਂਗਰਸੀ, ਅਸੀਂ ਉਹਨਾਂ ਨੂੰ ਰੋਕਿਆ ਹੋਇਆ ਵੀ ਅਜੇ ਰੈਲੀਆਂ ਨਾ ਕਰੋ, ਬਹੁਤ ਸਮਾਂ ਰਹਿੰਦਾ, ਤੁਸੀਂ ਚੋਣਾਂ ਲੜ ਲਿਓ, ਕਰ ਲਿਓ ਜਿਹੜਾ ਕੋਈ ਕਰਨਾ 2 ਮਹੀਨੇ ਪਹਿਲਾਂ ਸਾਡਾ ਅੰਦੋਲਨ ਆ, ਸਾਡੇ ਅੰਦੋਲਨ 'ਚ ਸਾਥ ਦਿਓ। ਉਹ ਹਰੇਕ ਪਾਰਟੀ ਕਹਿ ਦਿੰਦੀ ਆ ਜੀ ਸਾਡਾ ਤਾਂ ਬੜਾ ਸਾਥ ਹੈ, ਇਹ ਬੰਦੇ ਸਾਡੇ ਹੀ ਬੈਠੇ ਨੇ, ਕਾਂਗਰਸੀ ਵੀ ਕਹਿ ਦਿੰਦੇ ਆ, ਅਕਾਲੀ ਵੀ ਕਹਿ ਦਿੰਦੇ ਆ, ਤੇ ਅਸੀਂ ਉਹਨਾਂ ਨੂੰ ਕਹਿੰਦੇ ਆ ਜੇ ਤੁਹਾਡਾ ਸਾਥ ਆ ਇੱਕ ਸੜਕ ਲੈ ਲਓ ਕਿ ਐਮਪੀ, 4 ਸੜਕਾਂ ਤੇ ਅਸੀਂ ਬੈਠੇ ਆ, ਇੱਕ ਸੜਕ ਆਪ ਨੂੰ ਦਿੰਦੇ ਆ, ਇੱਕ ਅਕਾਲੀਆਂ ਨੂੰ ਦਿੰਦੇ ਆ, ਇੱਕ ਕਾਂਗਰਸ ਨੂੰ ਦਿੰਦੇ ਆ। ਸਵਾਦ ਵਾਲੀ ਗੱਲ ਤਾਂ ਜੇ 5-7 ਹਜ਼ਾਰ ਐਵੇਂ ਬੰਦਾ ਤੁਸੀਂ ਪੱਕਾ ਬਿਠਾ ਦਿਓ ਫਿਰ ਸਾਡਾ ਸਾਥ ਪੂਰਾ। ਜਿਹੜੀਆਂ 2022 ਦੀਆਂ ਇਲੈਕਸ਼ਨਾਂ ਨੇ, ਕੋਈ ਗੱਲ ਨਹੀਂ, ਵੋਟ ਅਸੀਂ ਵੀ ਪਾਉਣੀ ਆ, ਹਰ ਇੱਕ ਬੰਦਾ, ਸਾਡੇ 'ਚ ਵੀ ਵੱਖੋ ਵੱਖਰੀਆਂ ਵਿਚਾਰਧਾਰਾਂ, ਅਸੀਂ 32 ਜਥੇਬੰਦੀਆਂ ਪੰਜਾਬ 'ਚੋਂ ਆ, 40 ਸੰਯੁਕਤ ਮੋਰਚੇ ਦੇ ਵਿੱਚ ਆ, ਹਰੇਕ ਬੰਦਾ ਦੀ ਵਿਚਾਰਧਾਰਾ ਵੱਖਰੀ ਆ, ਕਾਮਰੇਡ ਵੀ ਸਾਡੇ ਦੇ ਵਿੱਚ ਨੇ ਜਿਹੜੇ ਇਲੈਕਸ਼ਨ ਵੀ ਲੜਦੇ ਨੇ, ਸਾਡੀ ਆਪਦੀ ਵੀ ਵਿਚਾਰਧਾਰਾ, ਉਹ ਅਸੀਂ ਦੇਖਾਂਗੇ ਨੇੜੇ ਜਾ ਕੇ, ਕਿਉਂਕਿ ਅਜੇ ਅਸੀਂ ਕੋਈ ਫੈਸਲਾ ਨਹੀਂ ਸੰਯੁਕਤ ਪੱਤੇ ਨਹੀਂ ਖੋਲਨੇ ਅਜੇ ਕਿ ਚੋਣਾਂ ਲੜਨੀਆਂ ਖੁਦ ਜਾਂ ਕਿਹਨੂੰ ਸਮਰਥਨ ਦੇਣਾ ਹੈ, ਕਿਹਦੇ ਹੱਕ 'ਚ ਨਿਤਰਨਾ। ਨਹੀਂ, ਅਜੇ ਸਿਰਫ ਤੇ ਸਿਰਫ ਸਾਨੂੰ 3 ਕਾਨੂੰਨ ਉਹ ਮੱਛੀ ਦੀ ਅੱਖ ਵਾਂਗੂ ਦਿਸਦੇ ਆ, ਅਸੀਂ ਇਹ ਕਾਨੂੰਨਾਂ ਦੀ ਲੜਾਈ ਲੜਦੇ ਆ। ਸਰਕਾਰ ਨੂੰ ਅਸੀਂ ਨੇੜੇ ਲਾਇਆ ਹੋਇਆ ਝੁਕਾਉਣ ਦੇ ਵਿੱਚ, ਪਾਰਲੀਮੈਂਟ ਅਸੀਂ ਕਰਕੇ ਦਿਖਾ ਦਿੱਤੀ ਆ, ਦੁਨੀਆ ਨੂੰ ਦਿਖਾ ਦਿੱਤਾ ਵੀ ਕਿਵੇਂ ਪਾਰਲੀਮੈਂਟ ਹੁੰਦੀ ਆ, ਇੱਕ ਵਿਪ ਜਾਰੀ ਕਰਕੇ ਵੀ ਦੱਸਤਾ। ਅੱਗੇ ਇਹਨਾਂ ਦੇ ਐਮਪੀ ਮੁੜੇ ਆਉਂਦੇ ਸੀ, ਹੁਣ ਵੀ ਜਿਹੜਾ ਐਮਪੀ ਕੋਈ ਮੁੜਿਆ ਕਾਂਗਰਸ ਦਾ, ਉਹਦੇ ਲਈ ਵੀ ਅਸੀਂ ਉਹਦੇ ਤੇ ਨੋਟਿਸ ਲਿਆ। ਹੁਣ ਐਮਪੀ ਸਾਡੇ ਲਈ ਲੜਾਈ ਲੜਦੇ ਨੇ, ਅਸੀਂ ਇਹੀ ਕਹਿੰਦੇ ਆ ਵੀ ਲੜਾਈ ਸਾਡੇ ਲਈ ਲੜੋ ਸਾਰੀਆਂ ਪਾਰਟੀਆਂ ਨੂੰ। ਚੋਣਾਂ 'ਚ ਸਮਾਂ ਹੈਗਾ, ਦਸੰਬਰ ਦੇ ਤੱਕ ਕਿਤੇ ਜਾਬਤਾ ਲੱਗਦਾ, ਕੋਈ ਨਹੀਂ, ਨਵੰਬਰ ਦੇ ਐਂਡ 'ਚ ਸੋਚ ਲਵਾਂਗੇ, ਜੇ ਪਾਰਟੀਆਂ ਸਾਨੂੰ ਠੀਕ ਲੱਗਦੀਆਂ ਹੋਈਆਂ ਇਹਨਾਂ ਨੂੰ ਕਿਸੇ ਨੂੰ ਵੋਟ ਪਾ ਦਾਂਗੇ, ਜੇ ਕੋਈ ਇਹੋ ਜਿਹੀ ਕੋਈ ਪਾਰਟੀ ਬਣਾਉਣ ਵਾਲੀ ਗੱਲ ਹੋਈ ਉਹ ਕਰ ਲਾਂਗੇ। ਪਰ ਚਟੂਨੀ ਸਾਹਿਬ ਨੂੰ ਅਸੀਂ ਸਾਫ਼ ਸ਼ਬਦਾਂ 'ਚ ਕਹਿਣਾ ਚਾਹੁੰਦੇ ਹਾਂ, ਪਾਰਟੀ ਬਣਾਣੀ ਹੋਈ ਤਾਂ ਪਾਰਟੀ ਵੀ ਬਣਾਉਣ ਤੇ ਵਿਚਾਰ ਕੀਤਾ ਜਾ ਸਕਦਾ, ਇਹ ਵੀ ਵਿਚਾਰ ਚੱਲ ਰਿਹਾ। ਕੁਛ ਹੋ ਸਕਦਾ, ਲੋਕਾਂ ਦੀ ਰਾਏ ਆ, ਜੇ ਲੋਕ ਸਾਨੂੰ ਕਹਿਣਗੇ ਪਾਰਟੀ ਬਣਾਓ, ਜਾਂ ਜਿਨ੍ਹਾਂ ਨੇ ਲੜਨੀਆਂ ਇਲੈਕਸ਼ਨ ਲੜ ਸਕਦਾ, ਉਹ ਆਪਦੀ ਵਿਚਾਰਧਾਰਾ। ਵੱਡੀ ਗੱਲ ਹੈ ਕਿ ਕਹਿ ਰਹੇ ਕਿ ਅਜੇ ਪੱਤੇ ਨਹੀਂ ਖੋਲਨੇ, ਅਜੇ ਪੱਤੇ ਨਹੀਂ ਖੋਲਨੇ, ਨਵੰਬਰ ਦਸੰਬਰ ਦੇ ਨੇੜੇ ਆ ਕੇ ਦੇਖਾਂਗੇ। ਚੜੂਨੀ ਹੋਰਾਂ ਨੇ ਤਾਂ ਪਹਿਲਾ ਪੱਤਾ ਖੋਲਤਾ। ਬੇਸਿਕਲੀ ਸਵਾਲ ਇਹ ਹੈ ਪੰਕਜ ਕਿ ਸਿੱਧਾ ਸਿਆਸੀ ਪਾਰਟੀਆਂ ਦੇ ਲਈ ਇੱਕ ਚੀਜ਼ ਤੇ ਸਪਸ਼ਟ ਹੈ, ਮੈਨੂੰ ਲੱਗਦਾ ਸਾਰੇ ਕਿਸਾਨ ਆਗੂ ਵੀ ਸਮਝਦੇ ਹੋਣਗੇ ਵੀ ਇਹ ਵਾਇਆ ਜਿਹੜੀ ਵੀ ਸਰਕਾਰ ਉੱਥੋਂ ਤੱਕ ਪਹੁੰਚੇਗੀ ਕੁਰਸੀ ਤੱਕ, ਵਾਇਆ ਕਿਸਾਨ ਅੰਦੋਲਨ, ਵਾਇਆ ਸਿੰਘੂ ਜਾਂ ਟਿਕਰੀ ਪਹੁੰਚੇਗੀ। ਇੱਕ ਚੀਜ਼ ਤੇ ਸਪਸ਼ਟ ਹੈ, ਤੁਸੀਂ ਸਮਝਦੇ ਹੋ। ਔਰ ਦੂਜੀ ਗੱਲ, ਜੋ ਤੁਸੀਂ ਵਿਪ ਜਾਰੀ ਕੀਤਾ ਸੀ ਜਾਂ ਜੋ ਵੀ ਗੱਲਾਂ ਲਖੋਵਾਲ ਸਾਹਿਬ ਨੇ ਕਹੀਆਂ ਨੇ ਸਿਆਸੀ ਪਾਰਟੀਆਂ ਲਈ, ਇਸ ਵੇਲੇ ਜੋ ਮੌਜੂਦਾ ਰੋਲ ਹੈ ਸਿਆਸੀ ਪਾਰਟੀਆਂ ਦਾ, ਤੁਸੀਂ ਉਸ ਤੋਂ ਸੈਟੀਸਫਾਈਡ ਹੋ ਜਿਸ ਤਰੀਕੇ ਨਾਲ ਵੀ ਉਹ ਮਦਦ ਕਰ ਰਹੇ ਨੇ? ਦੇਖੋ, ਜਿਹੜਾ ਵਿਪ ਦਾ ਟੀਕਾ ਲਾਇਆ ਸੀ ਉਹਦਾ ਅਸਰ ਤਾਂ ਹੋ ਗਿਆ ਆ, ਪਰ ਇਹ ਜਿਹੜਾ ਟੀਕਾ ਮੇਰਾ ਖਿਆਲ ਸਾਡੇ ਤੋਂ ਥੋੜ੍ਹਾ ਜਿਹਾ ਲੇਟ ਲੱਗਾ ਜੀ। ਜੇਕਰ ਅਸੀਂ ਹੁਣ ਇਸ ਅੰਦੋਲਨ ਦੇ ਦੌਰਾਨ ਇਹਨਾਂ ਪਾਰਟੀਆਂ ਜਿਹੜੀਆਂ ਅਸੀਂ ਚੁਣ ਕੇ ਐਮਪੀਸ ਵਗੈਰਾ ਬਣਾ ਕੇ ਅਸੀਂ ਭੇਜਦੇ ਆ ਪਾਰਲੀਮੈਂਟ ਦੇ ਵਿੱਚ, ਜੇ ਅਸੀਂ ਕਿਸੇ ਤਰ੍ਹਾਂ ਇਹਨਾਂ ਤੇ ਪਹਿਲਾਂ ਇਹੋ ਜਿਹੀ ਸਖਤਾਈ ਕੀਤੀ ਹੁੰਦੀ ਤਾਂ ਸਾਨੂੰ ਲੋੜ ਨਹੀਂ ਸੀ ਪੈਣੀ ਇਹਨਾਂ ਰੋਡਾਂ ਤੇ ਬਹਿਣ ਦੀ, ਇਹਨਾਂ ਧਰਨੇ ਲਾਉਣ ਦੀ, ਕਿਉਂਕਿ ਇਹਨਾਂ ਨੇ ਉਸ ਵੇਲੇ ਹੀ ਖਿਲਾਫੀਅਤ ਕਰ ਦੇਣੀ ਸੀਗੀ। ਅਸਰ ਤਾਂ ਬਹੁਤ ਪੈ ਰਿਹਾ ਇਹਨਾਂ ਦੇ ਉੱਪਰ, ਕੋਈ ਏਡੀ ਗੱਲ ਨਹੀਂ ਹੈਗੀ। ਇਹ ਅੱਜ ਕਿਉਂਕਿ ਵੋਟਾਂ ਵੀ ਲੱਗ ਗਏ ਆ, ਰਾਜਨੀਤਿਕ ਪਾਰਟੀਆਂ ਵੀ ਕਈ ਕੁਝ ਸੋਚਦੀਆਂ ਆ। ਅਸੀਂ ਦੇਖਦੇ ਹਾਂ ਅਕਸਰ, ਕਿਉਂਕਿ ਅਸੀਂ ਕਵਰੇਜ ਕਰਦੇ ਹਾਂ, ਉਹਨਾਂ ਦੇ ਨਾਲ ਜੁੜੇ ਰਹਿੰਦੇ ਆ, ਉਹਨਾਂ ਨੂੰ ਨਾਲ ਲਾਈਵ ਜੋੜਦੇ ਰਹਿੰਦੇ ਆ। ਬਹੁਤ ਪਿਛਲੇ ਦਿਨਾਂ ਦੇ ਵਿੱਚ ਬਹੁਤ ਕੋਸ਼ਿਸ਼ ਹੋਈ ਹੈ, ਜਿਹੜੀ ਪਹਿਲਾਂ ਨਹੀਂ ਹੋਈ ਸੀ ਜਦੋਂ ਸ਼ੁਰੂ ਹੋਇਆ ਸੀ ਅੰਦੋਲਨ, ਕਿ ਹੁਣ ਜਿਹੜੇ ਸਿਆਸੀ ਆਗੂ ਨੇ ਉਹ ਨੇੜੇ ਆਉਣ ਦੀ ਜਾਂ ਕਿਸੇ ਤਰੀਕੇ ਉਸ ਸਟੇਜ ਤੇ ਖੜੇ ਹੋਣ ਦੀ ਜਾਂ ਸੰਬੋਧਨ ਕਰਨ ਦੀ ਕੋਸ਼ਿਸ਼ ਕਰਦੇ ਨੇ ਕਿਤੇ ਨਾ ਕਿਤੇ। ਦੇਖੋ, ਸਟੇਜ ਤੇ ਖੜੇ ਹੋਣ ਦੀ ਜਾਂ ਸੰਬੋਧਨ ਕਰਨ ਦੀ, ਇਹ ਤਾਂ ਸਾਡੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਅਸੀਂ ਪਹਿਲੇ ਫੈਸਲਾ ਕੀਤਾ ਹੋਇਆ ਕਿ ਅਸੀਂ ਸਿਆਸੀ ਬੰਦਿਆਂ ਨੂੰ ਸਟੇਜ ਨਹੀਂ ਦੇਣੀ। ਹਰਿਆਣੇ 'ਚ ਪਿਛਲੇ ਦਿਨੀ ਹੋਈਆਂ ਨੇ ਜਦੋਂ ਓਮ ਪ੍ਰਕਾਸ਼ ਚੌਟਾਲਾ ਹੋਰੀ ਆਏ ਸੀ, ਮੈਂ ਇਸ ਲਈ ਜ਼ਿਕਰ ਕਰ ਰਿਹਾ। ਚਲੋ, ਹਰਿਆਣੇ 'ਚ ਹੋਈਆਂ ਹੋ, ਸਾਡੇ ਪੰਜਾਬ ਦੇ ਵਿੱਚ ਅਸੀਂ ਪੱਕਾ ਹੀ ਇੱਕ ਲਾਈਨ ਮਾਰ ਦਿੱਤੀ ਹੋਈ ਆ ਕਿ ਅਸੀਂ ਇਹਨਾਂ ਆਗੂਆਂ ਨੂੰ ਉੱਪਰ ਚੜ੍ਹਨ ਨਹੀਂ ਦੇਣਾ। ਕਰਦੇ ਆ, ਠੀਕ ਹੈ, ਆਪਣਾ ਇਹ ਜੋ ਕਾਰਵਾਈਆਂ ਕਰ ਰਹੇ ਆ ਵਧੀਆ ਆ, ਕਿਸਾਨਾਂ ਦੇ ਹੱਕਾਂ ਦੇ ਵਿੱਚ ਕਰਨੀਆਂ ਵੀ ਚਾਹੀਦੀਆਂ ਆ, ਸਾਡੇ ਚੁਣੇ ਹੋਏ ਨੁਮਾਇੰਦੇ ਆ। ਪਰ ਰਾਜਨੀਤਿਕ ਜ਼ਮੀਨ ਜਿਹਦੇ ਉੱਪਰ ਬੈਠ ਕੇ ਕੋਈ ਵੀ ਸਰਕਾਰ ਝੂਟੇ ਲੈਂਦੀ ਹੈ, ਇਹਨਾਂ ਸਾਡੇ ਸਾਰੇ ਲੋਕਾਂ ਦੀ, ਸਾਡੇ ਕਿਸਾਨਾਂ ਦੀ ਬਦੌਲਤ ਇਹਨਾਂ ਨੂੰ ਬਖਸ਼ੀ ਹੋਈ ਆ। ਇਹਨਾਂ ਨੂੰ ਇਹ ਗੱਲਾਂ ਪਹਿਲਾਂ ਸੋਚਣੀ ਚਾਹੀਦੀ, ਪਰ ਅੱਜ ਲੋਕ ਸਮਝ ਚੁੱਕੇ ਆ। ਇਹ ਜੋ ਵੀ ਵਾਅਦੇ ਕਰਦੇ ਆ, ਇਹ ਬਾਅਦ ਦੇ ਵਿੱਚ ਮੁੱਕਰ ਜਾਂਦੇ ਆ। ਗੱਲ ਆਈ ਸੀ ਸਰਕਾਰ ਬਣਾਉਣ ਦੀ, ਦੇਖੋ ਜੀ, ਇਹ ਸਰਕਾਰ ਤਾਂ 5 ਸਾਲ ਬਾਅਦ ਚੁਣੀ ਜਾ ਸਕਦੀ ਆ, ਪਰ ਆ ਜਿਹੜਾ ਏਡਾ ਵੱਡਾ ਅੰਦੋਲਨ ਖੜਿਆ, ਜ਼ਿੰਦਗੀ ਦੇ ਵਿੱਚ ਪਹਿਲਾ ਤੇ ਅਖੀਰਲਾ ਅੰਦੋਲਨ ਹੋਊਗਾ। ਸਾਡੀ ਸਾਰੇ ਆਗੂਆਂ ਦੀ ਵੈਸੇ ਇਹੀ ਮਨਸ਼ਾ ਇਹ ਆ ਵੀ ਪਹਿਲਾਂ ਇਸ ਅੰਦੋਲਨ ਨੂੰ ਜਿੱਤੀਏ। ਅੰਦੋਲਨ ਜਿੱਤ ਕੇ ਸਾਰੇ ਆਲ ਵਰਲਡ ਦੇ ਜਿੰਨੇ ਵੀ ਕਿਸਾਨ ਆ, ਸਾਡੇ ਭਾਈਚਾਰਕ ਲੋਕ ਆ, ਜਿਨ੍ਹਾਂ ਦੀ ਅੱਖ ਇਸ ਅੰਦੋਲਨ ਤੇ ਆ, ਜਿਨ੍ਹਾਂ ਦੀ
ਸਾਡੇ ਨਾਲ ਸਾਂਝ ਰਲੀ ਹੋਈ ਆ ਉਹਨਾਂ ਦੇ ਝੋਲੀ 'ਚ ਪਾਈਏ। ਝੋਲੀ 'ਚ ਪਾਉਣ ਤੋਂ ਬਾਅਦ ਹੀ ਜਿਹੜਾ ਸੋਚਿਆ ਜਾਵੇਗਾ ਨਾ ਰਾਜਨੀਤਿਕ ਪਾਰਟੀਆਂ ਬਾਰੇ ਤਾਂ ਜਾਂ ਇਹ ਇਲੈਕਸ਼ਨ ਲੜਨ ਬਾਰੇ, ਉਹ ਬਾਅਦ ਦੀ ਗੱਲ ਹੈਗੀ। ਚਰਚਾ ਜ਼ਰੂਰ ਛਿੜੀ ਹੋਈ ਹੈ ਕਿਉਂਕਿ ਮੰਚ ਹੈ, ਕਿਉਂਕਿ ਮੈਂ ਸਿੰਘੂ ਬਾਰਡਰ ਘੁੰਮ ਰਿਹਾ ਸੀ। ਆਮ ਕਿਸਾਨ ਕਹਿੰਦਾ ਕਿ ਸਾਨੂੰ ਕਿਸੇ ਪਾਰਟੀ ਤੇ ਭਰੋਸਾ ਨਹੀਂ ਹੈ, ਸਾਡੇ ਆਗੂ ਕਿਉਂ ਨਹੀਂ, ਸਾਡੇ ਆਗੂ ਆਣ ਅੱਗੇ। ਹੁਣ ਜਿਵੇਂ ਲੱਖੋਵਾਲ ਹੋਰੀ ਕਹਿ ਰਹੇ ਸੀ, ਲੇਕਿਨ ਸਵਾਲ ਇਹ ਹੈ ਕਿ 32 ਜਥੇਬੰਦੀਆਂ ਅਗਰ ਸੰਯੁਕਤ ਕਿਸਾਨ ਮੋਰਚਾ ਇੱਕ ਫਰੰਟ ਬਣਾ ਸਕਦੀਆਂ ਤਾਂ 32 ਜਥੇਬੰਦੀਆਂ ਇਕੱਠੀਆਂ ਹੋ ਕੇ ਪਾਰਟੀ ਬਣਾ ਸਕਦੀਆਂ। ਤੁਹਾਨੂੰ ਲੱਗਦਾ ਪਾਰਟੀ ਬਣਾ ਸਕਦੀਆਂ? ਤੁਹਾਨੂੰ ਲੱਗਦਾ ਕਿ ਸਮਾਂ ਹੈ? ਕਿਉਂਕਿ ਮਾਰਚ 'ਚ ਤਾਂ ਚੋਣਾਂ ਹੋ ਜਾਣੀਆਂ, ਫਰਵਰੀ ਚੋਣਾਂ ਹੋ ਜਾਣੀਆਂ, ਤਾਂ ਸਮਾਂ ਹੈ। ਬੇਸਿਕਲੀ ਪੰਕਜ ਦੇ ਕਹਿਣ ਦਾ ਮਤਲਬ ਇਹ ਹੈ ਕਿ ਇੱਕ ਵਰਗ ਐਸਾ ਹੈਗਾ, ਜਿਵੇਂ ਲੱਖੋਵਾਲ ਸਾਹਿਬ ਨੇ ਕਿਹਾ ਕਿ ਅਸੀਂ ਚੰਡੂਨੀ ਹੋਰਾਂ ਨੇ ਮਤਲਬ ਆਊਟ ਆਫ ਦਾ ਮੋਰਚਾ ਜਾ ਕੇ ਆਪਣੇ ਵੱਲੋਂ ਕੋਈ ਫੈਸਲਾ ਕਰਤਾ ਜਾਂ ਐਲਾਨ ਕਰਤਾ, ਉਹ ਤੁਹਾਡੇ ਇੱਕ ਪ੍ਰੋਟੋਕੋਲ ਦੇ ਦਾਇਰੇ 'ਚ ਹੋ ਸਕਦਾ ਹੈ। ਪਰ ਇੱਕ ਵਰਗ ਐਸਾ ਹੈਗਾ, ਜੇ ਆਮ ਕਿਸਾਨਾਂ ਨਾਲ ਵੀ ਗੱਲ ਕਰੀਏ ਜਿਹੜੇ ਟਰਾਲੀਆਂ 'ਚ ਬੈਠੇ ਨੇ, ਮੋਰਚੇ 'ਚ ਬੈਠੇ ਨੇ, ਕਿ ਕਿਸੇ ਤਰੀਕੇ ਪਾਰਟਿਸਿਪੇਟ ਕਰਨਾ ਚਾਹੀਦਾ ਕਿਸਾਨਾਂ ਨੂੰ। ਅਸੀਂ ਉਸ ਪੁਆਇੰਟ ਆਫ ਵਿਊ ਤੋਂ ਜਾਨਣਾ ਚਾਹੁੰਦੇ ਹਾਂ। ਦੇਖੋ ਸਮਾਂ ਕਾਫੀ ਆ, ਇਹਦੇ ਬਾਰੇ ਵਿਚਾਰਿਆ ਜਾ ਸਕਦਾ ਆ। ਕੋਈ ਇੱਕ ਕਿਸਾਨ ਜਥੇਬੰਦੀ ਇਹਦੇ ਬਾਰੇ ਫੈਸਲਾ ਲੈਣਾ ਮੈਂ ਕਹਿੰਦਾ ਨਹੀਂ ਸਮਝਦੀ। ਚੜੂਨੀ ਸਾਹਿਬ ਦਾ ਆਪਣਾ ਨਿੱਜੀ ਫੈਸਲਾ ਹੋ ਸਕਦਾ, ਬਹੁਤ ਪਹਿਲਾਂ ਉਹਨਾਂ ਨੇ ਫੈਸਲਾ ਲੈ ਲਿਆ ਮਿਸ਼ਨ ਪੰਜਾਬ ਚਲਾਉਣ ਦਾ। ਇਹ ਜਿਹੜੇ 32 ਕਿਸਾਨ ਬੈਠੇ ਹੋਏ ਆ, ਇਹ ਵੀ ਸਾਰੇ ਪੜ੍ਹੇ ਲਿਖੇ ਕਿਸਾਨ ਆ, ਕੋਈ ਏਡੀ ਗੱਲ ਨਹੀਂ, ਇਹ ਵੀ ਚਲਾ ਸਕਦੇ ਮਿਸ਼ਨ ਪੰਜਾਬ, ਕੋਈ ਏਡੀ ਗੱਲ ਨਹੀਂ। ਪਰ ਨਿਸ਼ਾਨਾ ਜਿਹੜਾ ਇਸ ਵੇਲੇ ਆ, ਅਸੀਂ ਆਪਣੇ ਨਿਸ਼ਾਨੇ ਤੋਂ ਉੱਕਣਾ ਨਹੀਂ ਚਾਹੁੰਦੇ। ਤਾਂ ਦੇਖਿਆ ਤੁਸੀਂ ਕਿਵੇਂ ਖੇਤੀ ਕਾਨੂੰਨਾਂ ਦਾ ਮੁੱਦਾ ਪੰਜਾਬ ਦੀਆਂ ਚੋਣਾਂ 'ਚ ਇਸ ਵਾਰ ਸਭ ਤੋਂ ਵੱਡਾ ਮੁੱਦਾ ਬਣ ਸਕਦਾ ਹੈ। ਕਿਸਾਨ ਲਗਾਤਾਰ ਕਾਨੂੰਨ ਰੱਦ ਕਰਨ ਦੀ ਮੰਗ ਕਰ ਰਹੇ ਨੇ, ਸਿਆਸੀ ਦਲ ਵੀ ਉਹਨਾਂ ਦੇ ਨਾਲ ਖੜੇ ਹੋਣ ਦਾ ਦਾਅਵਾ ਕਰ ਰਹੇ ਨੇ, ਪਰ ਦੇਖਣਾ ਇਹ ਹੋਏਗਾ ਕਿ ਇਹਨਾਂ ਕਾਨੂੰਨਾਂ ਦਾ ਕਿਸ ਨੂੰ ਫਾਇਦਾ ਹੁੰਦਾ ਹੈ ਤੇ ਕਿਸ ਨੂੰ ਨੁਕਸਾਨ। ਸੱਤਾ ਦੇ 7 ਫਾਰਮੂਲਿਆਂ 'ਚ ਫਿਲਹਾਲ ਇੰਨਾ ਹੀ। ਅਗਲੇ ਸ਼ੁੱਕਰਵਾਰ ਫਿਰ ਹਾਜ਼ਰ ਹੋਵਾਂਗੇ ਨਵੇਂ ਫਾਰਮੂਲੇ ਦੇ ਨਾਲ। ਤਦ ਤੱਕ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।